हेलो एवरीवन, वेलकम टू माय चैनल एजुकेशन सिंपलीफाइड बाय OCDC। दिस इज़ विनोद कुमार गर्ग। सो जिस तरह तुसीं थंबनेल देख रहे हो, यह वीडियो है आंगनवाड़ी सुपरवाइज़र एग्जाम की तैयारी कर रहे विद्यार्थियों के लिए। तो इस विच बहुत ही महत्वपूर्ण प्रश्न और उन्होंने उत्तर दिते गए हैं जो कि तुहानूं किसी भी होर चैनल के उपर उपलब्ध नहीं होणगे। बहुत मेहनत नाल यह वीडियो बनाया गया। सो वीडियो अंत तक देखना बिल्कुल भी ना भुल्लो तो चैनल को सबसक्राइब कर लवो। सो पहला क्वेश्चन है कि प्रीनेटल डायग्नोस्टिक तकनीक ਰੈਗੂਲੇਸ਼ਨ ਅਤੇ ਪ੍ਰੀਵੈਂਸ਼ਨ ਆਫ ਮਿਸਯੂਜ਼। ਠੀਕ ਹੈ, ਬੇਸਿਕਲੀ ਕੀ ਹੁੰਦਾ ਹੈ, ਇਹ ਜਿਹੜਾ ਕੁਐਸਚਨ ਹੈ ਪਹਿਲਾ, ਇਹ ਅਲਟਰਾਸਾਊਂਡ ਜਿਹੜੀ ਵਿਧੀ ਹੁੰਦੀ ਹੈ, ਜਦੋਂ ਪ੍ਰੈਗਨੈਂਟ ਲੇਡੀ ਅਲਟਰਾਸਾਊਂਡ ਕਰਵਾਉਂਦੀ ਹੈ ਤਾਂ ਉਹ ਪਤਾ ਲਗਾ ਲੈਂਦੇ ਨੇ ਕਿ ਅੰਦਰ ਪੈਦਾ ਹੋ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ। ਠੀਕ ਹੈ, ਤਾਂ ਉਸ ਨੂੰ ਪ੍ਰੀਨੇਟਲ ਡਾਇਗਨੋਸਿਸ ਕਿਹਾ ਜਾਂਦਾ ਹੈ। ਤਾਂ ਉਹਦਾ ਮਿਸਯੂਜ਼ ਹੁੰਦਾ ਹੈ। ਬੇਸਿਕਲੀ ਡਾਇਗਨੋਸਿਸ ਬਣਿਆ ਸੀ ਇਹ ਜਾਂਚ ਕਰਨ ਦੇ ਲਈ ਕਿ ਅੰਦਰ ਪਲ ਰਿਹਾ ਬੱਚਾ ਕਿਸੇ ਗੰਭੀਰ ਰੋਗ ਤੋਂ ਪੀੜਤ ਤਾਂ ਨਹੀਂ ਹੈ, पर ਇਹਦਾ ਮਿਸਯੂਜ਼ ਕੀ ਹੋਣ ਲੱਗ ਗਿਆ ਕਿ ਇਹਦਾ ਲਿੰਗ ਨਿਰਧਾਰਨ ਟੈਸਟ ਹੋਣ ਲੱਗ ਗਿਆ ਤੇ ਜਿਸ ਦੇ ਨਾਲ ਲੋਕ ਜਿਹੜੇ ਹੈਗੇ ਸੀ ਉਹ ਫੀਮੇਲ ਫਿਟੀਸਾਈਡ ਯਾਨੀ ਕਿ ਜੇ ਲੜਕੀ ਹੁੰਦੀ ਸੀ ਉਹਦੀ ਭਰੂਣ ਹੱਤਿਆ ਕਰਵਾ ਦਿੰਦੇ ਸੀ। ਤਾਂ ਉਸ ਨੂੰ ਪ੍ਰੀਵੈਂਟ ਕਰਨ ਦੇ ਲਈ ਜੋ ਐਕਟ ਬਣਾਇਆ ਗਿਆ, ਉਹ ਐਕਟ ਕਦੋਂ ਬਣਾਇਆ ਗਿਆ ਤੇ ਉਸ ਐਕਟ ਦਾ ਨਾਮ ਕੀ ਹੈ? ਓਕੇ, ਨਾਮ ਤੁਹਾਨੂੰ ਮੈਂ ਦੱਸ ਦਿੱਤਾ ਗਾ, ਪ੍ਰੀਨੇਟਲ ਡਾਇਗਨੋਸਟਿਕ ਟੈਕਨੀਕ ਰੈਗੂਲੇਸ਼ਨ ਐਂਡ ਪ੍ਰੀਵੈਂਸ਼ਨ ਆਫ ਮਿਸਯੂਜ਼, ਇਹ ਐਕਟ ਦਾ ਨਾਮ ਹੈ ਤੇ ਪਾਸ ਕੀਤਾ ਗਿਆ ਸੀ 2000 ਦੇ ਦੌਰਾਨ। ਓਕੇ, ਟੂ ਪ੍ਰੀਵੈਂਟ ਰੈਗੂਲੇਟ ਪ੍ਰੀਨੇਟਲ ਸੈਕਸ ਡਿਟਰਮੀਨੇਸ਼ਨ, ਮਤਲਬ ਇਹ ਪਤਾ ਲਗਾਉਣ ਤੋਂ ਰੋਕਣ ਲਈ ਕਿ ਅੰਦਰ ਪੈਦਾ ਹੋ ਰਿਹਾ ਬੱਚਾ ਲੜਕਾ ਹੈ ਜਾਂ ਲੜਕੀ। ਸੋ ਪ੍ਰਸ਼ਨ ਨੰਬਰ 2 ਹੈ ਬੌਂਡਡ ਲੇਬਰ ਸਿਸਟਮ, ਜਿਹਨੂੰ ਪੰਜਾਬੀ ਦੇ ਵਿੱਚ ਬੰਦੂਆ ਮਜ਼ਦੂਰੀ ਕਿਹਾ ਜਾਂਦਾ ਹੈ। ਜਨਰਲੀ ਜਿਹੜੇ ਬ੍ਰਿਕਲਿਨ ਹੁੰਦੇ ਹਨ, ਜਿੱਥੇ ਭੱਠੇ ਦੇ ਉੱਪਰ ਇੱਟਾਂ ਬਣਦੀਆਂ ਹਨ, ਉੱਥੇ ਬਹੁਤ ਇਸ ਤਰ੍ਹਾਂ ਦੀ ਬੰਦੂਆ ਮਜ਼ਦੂਰੀ ਪੁਰਾਣੇ ਸਮਿਆਂ ਤੋਂ ਚੱਲਦੀ ਆ ਰਹੀ ਹੈ। ਤਾਂ ਬੌਂਡਡ ਲੇਬਰ ਜੋ ਸਿਸਟਮ ਇਹਨੂੰ ਐਬੋਲਿਸ਼ਨ ਕਰਨ ਦੇ ਲਈ ਐਕਟ ਪਾਸ ਕੀਤਾ ਗਿਆ, ਇਹ ਕਦੋਂ ਕੀਤਾ ਗਿਆ? ਤਾਂ ਆਨਸਰ ਆਏਗਾ 1976 ਦੇ ਵਿੱਚ, ਯਾਨੀ ਕਿ 1976। ਕਿਉਂ ਕੀਤਾ ਗਿਆ? ਟੂ ਇਰੈਡੀਕੇਟ, ਮਤਲਬ ਖਤਮ ਕਰਨ ਦੇ ਲਈ ਬੌਂਡਡ ਲੇਬਰ ਸਿਸਟਮ ਇਨ ਇੰਡੀਆ। ਓਕੇ, ਫਿਰ ਹੈ ਪ੍ਰਸ਼ਨ ਨੰਬਰ 3, ਨੈਸ਼ਨਲ ਪਾਲਿਸੀ ਔਨ ਚਾਈਲਡ ਲੇਬਰ। ਚਾਈਲਡ ਲੇਬਰ ਦੇ ਲਈ ਨੈਸ਼ਨਲ ਪਾਲਿਸੀ ਕਦੋਂ ਲਾਗੂ ਕੀਤੀ ਗਈ ਚਾਈਲਡ ਲੇਬਰ ਨੂੰ ਰੋਕਣ ਦੇ ਲਈ? ਤਾਂ ਦਾ ਆਨਸਰ ਆਏਗਾ 1987, ਯਾਨੀ ਕਿ 1987। ਸੋ ਇਸ ਤੋਂ ਉਪਰੰਤ ਕੁਐਸਚਨ ਹੈ ਚਾਈਲਡ ਲੇਬਰ ਪ੍ਰੋਹਿਬਿਸ਼ਨ, ਯਾਨੀ ਕਿ ਰੋਕਣਾ, ਰੋਕਥਾਮ, ਅਤੇ ਰੈਗੂਲੇਸ਼ਨ ਯਾਨੀ ਕਿ ਨਿਯੰਤਰਣ ਕਰਨਾ, ਇਹ ਐਕਟ ਕਦੋਂ ਪਾਸ ਕੀਤਾ ਗਿਆ? ਤਾਂ ਜਿਹੜੀ ਨੈਸ਼ਨਲ ਪਾਲਿਸੀ ਹੈ ਉਹ ਤਾਂ ਕੀਤੀ 1987 ਦੇ ਵਿੱਚ। ਜੋ ਚਾਈਲਡ ਲੇਬਰ ਪ੍ਰੋਹਿਬਿਸ਼ਨ ਐਕਟ ਹੈ ਇਹ ਕੀਤਾ ਗਿਆ 1986 ਦੇ ਵਿੱਚ, 1986 ਦੇ ਵਿੱਚ। ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਾਈਲਡ ਐਕਟ, ਇਹ ਕਦੋਂ ਪਾਸ ਕੀਤਾ ਗਿਆ? ਤਾਂ ਜੁਵੇਨਾਈਲ ਜੋ 18 ਸਾਲ ਤੱਕ ਦੇ, ਜੋ ਮਤਲਬ ਉਸ ਤੋਂ ਘੱਟ ਤੱਕ ਦੇ ਹੁੰਦੇ ਨੇ ਬੱਚੇ, ਤਾਂ ਉਹਨਾਂ ਦੀ ਕੇਅਰ ਅਤੇ ਪ੍ਰੋਟੈਕਸ਼ਨ, ਠੀਕ ਹੈ, ਇਹ ਪਾਸ ਕੀਤਾ ਗਿਆ ਸੀ ਐਕਟ, ਜੁਵੇਨਾਈਲ ਜਸਟਿਸ ਐਕਟ 2000 ਦੇ ਵਿੱਚ। ਫਿਰ ਨੈਸ਼ਨਲ ਪਾਲਿਸੀ ਫਾਰ ਚਿਲਡਰਨ, ਇਹ ਕਿਹੜੀ ਪਾਲਿਸੀ ਹੈ, ਕਦੋਂ ਲਾਗੂ ਕੀਤੀ ਗਈ? ਤਾਂ ਨੈਸ਼ਨਲ ਪਾਲਿਸੀ ਫਾਰ ਚਿਲਡਰਨ 1974 1974 ਦੇ ਵਿੱਚ ਪਾਸ ਕੀਤੀ ਗਈ ਸੀ। ਠੀਕ ਹੈ, ਇਹ ਪਹਿਲੀ ਰਿਟਨ ਪਾਲਿਸੀ ਸੀਗੀ ਕਿਸੇ ਵੀ ਮਤਲਬ ਬੱਚਿਆਂ ਦੇ ਅਧਿਕਾਰਾਂ ਨਾਲ ਸੰਬੰਧਿਤ ਜਿਹੜੀ ਪਾਲਿਸੀ ਸੀ, ਇਹ ਪਹਿਲੀ ਸੀਗੀ ਇੰਡੀਆ ਦੇ ਵਿੱਚ। ਓਕੇ, so national policy for children 1974 was the first written policy for children in India. next question है child marriage restraint act 1929, मतलब ਇਹ ਐਕਟ ਕੀ ਕਹਿੰਦਾ ਹੈ? ਠੀਕ ਹੈ, 1929 ਵਿੱਚ ਇਹ ਐਕਟ ਪਾਸ ਕੀਤਾ ਗਿਆ ਸੀ, ਚਾਈਲਡ ਮੈਰਿਜ ਰਿਸਟ੍ਰੇਂਟ ਐਕਟ। ਤਾਂ ਇਹ ਐਕਟ 21 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਅਤੇ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੀ ਮੈਰਿਜ ਉੱਪਰ ਰੋਕਥਾਮ ਕਰਦਾ ਹੈ, ਰੋਕ ਲਗਾਉਂਦਾ ਹੈ। ਸੋ ਇਹ ਐਕਟ ਦਾ ਨਾਮ ਹੈ ਚਾਈਲਡ ਮੈਰਿਜ ਰਿਸਟ੍ਰੇਂਟ ਐਕਟ, 1929 ਦੇ ਵਿੱਚ ਇਹ ਪਾਸ ਕੀਤਾ ਗਿਆ ਸੀ। ਅਗਲਾ ਕੁਐਸਚਨ ਹੈਗਾ ਇਮੋਰਲ ਟ੍ਰੈਫਿਕਿੰਗ ਪ੍ਰੀਵੈਂਸ਼ਨ ਐਕਟ। ਬੱਚਿਆਂ ਦੀ ਟ੍ਰੈਫਿਕਿੰਗ ਬਹੁਤ ਹੁੰਦੀ ਹੈ, ਬੱਚੇ ਖਰੀਦੇ ਵੇਚੇ ਜਾਂਦੇ ਹਨ, ਖਾਸ ਕਰ ਜਿਨ੍ਹਾਂ ਤੋਂ ਬੇਸਿਕਲੀ ਵੈਸ਼ਿਆਵ੍ਰਿਤੀ ਕਰਵਾਈ ਜਾਂਦੀ ਹੈ, ਲੜਕੀਆਂ ਦੀ ਬਹੁਤ ਟ੍ਰੈਫਿਕਿੰਗ ਹੁੰਦੀ ਹੈ। ਠੀਕ ਹੈ, ਸੈਕਸ਼ੂਅਲ ਅਸੌਲਟ ਹੁੰਦਾ ਹੈ ਉਹਨਾਂ ਦਾ, ਜਿਹੜੇ ਅੱਡੇ ਵਗੈਰਾ ਬਣਾਏ ਜਾਂਦੇ ਦੇਹ ਵਪਾਰ 'ਤੇ, ਤਾਂ ਉਹਨਾਂ ਦੇ ਵਿੱਚ ਮਿਸਯੂਜ਼ ਹੁੰਦਾ ਹੈ ਹਿਊਮਨ ਟ੍ਰੈਫਿਕਿੰਗ ਕਰਕੇ। ਤਾਂ ਉਸ ਤਰ੍ਹਾਂ ਦੀ ਟ੍ਰੈਫਿਕਿੰਗ ਨੂੰ ਰੋਕਣ ਦੇ ਲਈ ਜੋ ਐਕਟ ਪਾਸ ਕੀਤਾ ਗਿਆ ਉਹ ਕੀਤਾ ਗਿਆ 1956 ਦੇ ਵਿੱਚ, ਅਤੇ ਇਹਦੀ ਅਮੈਂਡਮੈਂਟ ਹੋਈ 1986 ਦੇ ਵਿੱਚ। ਓਕੇ, ਸੋ 1956 ਦੇ ਵਿੱਚ ਇਮੋਰਲ ਟ੍ਰੈਫਿਕਿੰਗ ਪ੍ਰੀਵੈਂਸ਼ਨ ਐਕਟ ਬਣਾਇਆ ਗਿਆ ਅਤੇ ਅਮੈਂਡਮੈਂਟ ਹੋਈ 1986 ਦੇ ਵਿੱਚ। ਕੁਐਸਚਨ ਨੰਬਰ 9 ਹੈ ਕਨਵੈਨਸ਼ਨ ਔਨ ਚਾਈਲਡ ਰਾਈਟਸ ਮੁਤਾਬਿਕ 3P ਤੋਂ ਕੀ ਭਾਵ ਹੈ? ਤਾਂ 3P ਜੋ CRC ਯਾਨੀ ਕਿ ਕਨਵੈਨਸ਼ਨ ਔਨ ਚਾਈਲਡ ਰਾਈਟਸ ਦਾ ਸਿਧਾਂਤ ਹੈ, ਤਾਂ ਉਹਦੇ 'ਚ 3P ਹੈ ਪ੍ਰੋਵੀਜ਼ਨ, ਯਾਨੀ ਕਿ ਪ੍ਰਾਵਧਾਨ,
ठीक है, जब व्यवस्था करनी किसी चीज़ की, फिर प्रोटैक्शन यानी कि सुरक्षा देनी, फिर पार्टिसिपेशन यानी कि भागीदारी। ओके, नैक्सट क्वेश्चन है राइट टू सर्वाइवल, जिउਣ ਦਾ अधिकार कदों शुरू होंदा है? तो बच्चों के लिए जिहड़ा ये राइट टू सर्वाइवल है ये शुरू होंदा है बिफोर द चाइल्ड बॉर्न। मतलब जदों लड़की प्रैगनेंट होंदी है तो उसके अंदर जो बच्चा पैदा हो रहा होंदा, जो कि पैदा नहीं होया होंदा, डिलीवरी नहीं हुई होंदी, तो डिलीवरी तो पहला ही उसका जिहड़ा ये राइट टू सर्वाइवल है ये शुरू हो जाता है। ओके, प्रश्न नंबर 11 है GOI यानी कि गौरमेंट ऑफ इंडिया मुताबिक बच्चे का जीवन शुरू कदों होंदा है? तो इसका उत्तर आएगा कंसैप्शन तो 20 हफ्ते बाद। तो कंसैप्शन होंदा है पहला दिन प्रैगनेंसी का, जो कोई लड़की प्रैगनेंट होंदी है तो डे 1 नूं कंसैप्शन कहा जाता है। ओके, मतलब इस दिन तो बच्चा ठहर जाता है, तो उस तो बाद 20 हफ्ते जो बच्चा हो जाता है, यानी कि 1 महीने च लगभग 4 हफ्ते, तो 5 महीने आप कह सकते हैं। तो जो 5 महीने का बेबी हो जाता है यूट्रस के अंदर, बच्चेदानी के अंदर, तो उस तो बाद उसका जिहड़ा जीवन है शुरू हो चुकिया मन्निया जाता है अदालत के अकॉर्डिंगली। फिर है नैशनल कमीशन फॉर प्रोटैक्शन ऑफ चाइल्ड राइट्स NCPCR की स्थापना कदों हुई? तो इसकी स्थापना हुई मार्च 2007 दे विच। नैक्सट क्वेश्चन है किस उम्र हद तक बच्चे नूं परिभाषित किया गया है? तो 0 तो लैके 18 साल की उम्र तक, मतलब 18 तो जस्ट पहला तक आप जो है अदालत मतलब बच्चा मनती है। मतलब आप ये कह सकते भी चाइल्ड राइट्स के जो भी कुछ आता है, जो भी एक्ट वगैरह आते हैं वो 0 तो लैके 18 साल तक अप्लाई ਜਿਹੜੇ उम्र वर्ग है उसके उपर अप्लाई होंगे ने। ठीक है, सो बहुत ही महत्वपूर्ण क्वेश्चन सन। सो इस तरह के बहुत सारे वीडियोज़ तुहानू बहुत जल्द मिलणगे, तो इसलिए तुहानू चैनल को सबसक्राइब करना होगा, शेयर करना होगा। सो थैंक यू, थैंक्स फॉर वॉचिंग।